Hello, students. As you know, we were doing the chapter Water, a True Elixir, but we had not finished the chapter. So, in this video today, we will finish the chapter Water, a True Elixir. As I told you in the previous video, what is the meaning of elixir? Elixir ਕੀ ਹੁੰਦਾ ਬੱਚੋ? Elixir ਦਾ meaning ਹੁੰਦਾ ਹੈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਅੰਮ੍ਰਿਤ। ਇੱਕ ਇਹੋ ਜਿਹਾ ਲਿਕੁਇਡ ਜਿਹੜੀ ਸਾਰੀ ਬਿਮਾਰੀਆਂ ਦੀ ਦਵਾ ਹੈ, ਹਰ ਮਰਜ਼ ਦੀ ਦਵਾ ਹੈ, ਉਹਨੂੰ ਕਹਿੰਦੇ ਨੇ ਐਲਿਕਸਰ। ਅਤੇ ਕਿਹਨੂੰ ਕਿਹਾ ਗਿਆ? ਵਾਟਰ ਨੂੰ, ਪਾਣੀ ਨੂੰ। ਸੋ ਇਨ ਦਿਸ ਚੈਪਟਰ ਵੀ ਹੈਵ ਰੈਡ ਵਾਟ ਇਜ਼ ਦ ਨੀਡ ਆਫ ਕੰਜ਼ਰਵੇਸ਼ਨ ਆਫ ਵਾਟਰ। ਕਿਉਂਕਿ ਪਾਣੀ ਇੱਕ ਐਲਿਕਸਰ ਹੈ, ਅੰਮ੍ਰਿਤ ਹੈ, ਤਾਂ ਸਾਨੂੰ ਇਹਨੂੰ ਕੰਜ਼ਰਵ ਕਰਨ ਦੀ, ਪ੍ਰੀਜ਼ਰਵ ਕਰਨ ਦੀ ਜ਼ਰੂਰਤ ਹੈ। ਸੋ ਦੇਰ ਇਜ਼ ਨੀਡ ਟੂ ਕੰਜ਼ਰਵ ਦ ਵਾਟਰ। So we had done till here. We were talking about that Sangrur and Moga are the district which are worst affected and they have the lowest water table। बहुत घट उत्थे पानी जिहड़ा बहुत नीवा है। असी ये चीज़ पढ़ी सी। हुण उस तो अगे असी अज आपां चैप्टर बेटा कंटिन्यू करांगे। The Punjab irrigation minister admitted on the floor of the house in Punjab Vidhan Sabha। ਪੰਜਾਬ ਜਿਹੜੇ ਪੰਜਾਬ ਦੇ ਇਰੀਗੇਸ਼ਨ ਮਿਨਿਸਟਰ, ਸਿੰਚਾਈ ਦੇ ਜਿਹੜੇ ਮੰਤਰੀ ਨੇ, ਉਹਨਾਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ 29/6/12 ਨੂੰ ਇਹ ਗੱਲ ਕਹੀ ਸੀ that ground water was continuously declining in 85% area of the state। ਕਿ ਜਿਹੜਾ ਗਰਾਊਂਡ ਵਾਟਰ ਹੈ, ਜਿਹੜਾ ਜ਼ਮੀਨ ਦਾ ਪਾਣੀ ਹੈ, ਉਹ ਲਗਾਤਾਰ ਨੀਵਾਂ ਹੋ ਰਿਹਾ ਹੈ, ਘਟ ਰਿਹਾ ਹੈ। ਪੂਰੇ ਪ੍ਰਦੇਸ਼ ਦੀ 85% ਏਰੀਆ ਦੇ ਵਿੱਚ 85% ਪੰਜਾਬ ਦਾ ਜਿਹੜਾ ਏਰੀਆ ਹੈ ਉਹਦੇ ਵਿੱਚ ਪਾਣੀ ਜਿਹੜਾ ਹੈ ਲਗਾਤਾਰ ਨੀਵਾਂ ਹੋ ਰਿਹਾ ਹੈ। ਵਰਸ ਨਾਈਟ੍ਰੇਟ ਪ੍ਰੈਜ਼ੈਂਸ ਇਨ ਵਾਟਰ। ਇਸ ਤੋਂ ਵੀ ਬੁਰੀ ਗੱਲ ਜਿਹੜੀ ਹੈ ਕਿ ਜਿਹੜੀ ਨਾਈਟ੍ਰੇਟ ਪ੍ਰੈਜ਼ੈਂਸ ਹੈ, ਨਾਈਟ੍ਰੇਟ ਜਿਹੜਾ ਹੈ ਪਾਣੀ ਦੇ ਵਿੱਚ ਇਨ ਵਾਟਰ ਹੈਡ ਗੋਨ ਅਪ ਬਾਈ 10 times। ਉਹ 10 ਗੁਣਾ ਵੱਧ ਗਿਆ ਹੈ ਇਨ ਦ ਪਾਸਟ 4 decades। ਡੈਕੇਡ ਕੀ ਹੁੰਦਾ ਬੇਟਾ? ਵਾਟ ਇਜ਼ ਦ ਮੀਨਿੰਗ ਆਫ ਡੈਕੇਡ? ਇੱਕ ਡੈਕੇਡ ਦੇ ਵਿੱਚ ਕਿੰਨੇ ਹੁੰਦੇ ਨੇ? 10 ਸਾਲ। ਅਤੇ 4 decades ਦੇ ਵਿੱਚ 10 into 4 is equal to 40 years। ਠੀਕ ਹੈ। Another MLA said the quality of water in 1972 was such that it had 0.5 mg per liter of nitrate। ਇੱਕ ਹੋਰ MLA ਨੇ ਕਿਹਾ ਸੀ ਕਿ ਜਿਹੜੀ ਪਾਣੀ ਦੀ ਕੁਆਲਿਟੀ ਹੈ 1972 ਦੇ ਵਿੱਚ ਇਸ ਤਰ੍ਹਾਂ ਦੀ ਸੀ ਕਿ ਉਹਦੇ ਵਿੱਚ ਸਿਰਫ 0.5 ਜਿਹੜਾ ਹੈ ਮਿਲੀਗ੍ਰਾਮ ਪਰ ਲੀਟਰ ਨਾਈਟ੍ਰੇਟ ਸੀ। ਐਜ਼ ਆਫ ਨਾਓ ਅਗਰ ਹੁਣ ਦੀ ਗੱਲ ਕਰੀਏ ਇਟ ਹੈਜ਼ ਇੰਕਰੀਜ਼ ਟੂ 5 mg ਪਰ ਲੀਟਰ, ਤਾਂ ਹੁਣ ਇਹ ਵੱਧ ਕੇ 5 ਮਿਲੀਗ੍ਰਾਮ ਹੋ ਗਈ ਹੈ। And going by the excessive use of insecticides and pesticides by our farmers, it is expected to reach 10 mg per liter in the next 20 years। तो कह रहे हैं and going by the excessive use of insecticides and pesticides कि जिस तरह असी excessive use कर रहे हैं, excessive ਹੁੰਦਾ बहुत ज़्यादा। what is the meaning of excessive? excessive means बहुत ज़्यादा। ਅਸੀਂ ਜੋ ਬਹੁਤ ਜ਼ਿਆਦਾ insecticides use ਕਰ ਰਹੇ ਹਾਂ, pesticides use ਕਰ ਰਹੇ ਹਾਂ। insecticides and pesticides ਕੀ ਹੁੰਦਾ ਹੈ? ਇਨਸੈਕਟੀਸਾਈਡਸ ਐਂਡ ਪੈਸਟੀਸਾਈਡਸ ਮੀਨਿੰਗ ਜਿਹੜੇ ਆਪਾਂ ਇਹ ਦਵਾਈਆਂ ਯੂਜ਼ ਕਰਦੇ ਹਾਂ ਪਾਣੀ ਦੇ ਵਿੱਚ, ਕੀਟਨਾਸ਼ਕ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜ਼ਮੀਨ ਦੇ ਵਿੱਚ ਯੂਜ਼ ਕਰਦੇ ਹਾਂ। ਤਾਂ ਉਹਦੇ ਨਾਲ ਕੀ ਹੋ ਰਿਹਾ? ਇਟ ਇਜ਼ ਐਕਸਪੈਕਟਡ ਟੂ ਰੀਚ 10 mg ਪਰ ਲੀਟਰ ਇਨ ਦ ਨੈਕਸਟ 20 years। ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ 10 mg ਪਰ ਲੀਟਰ ਹੋ ਜਾਏਗਾ। ਦੇਖੋ ਇਹ ਗੱਲ ਕਿੰਨੀ ਪੁਰਾਣੀ ਕਹੀ ਗਈ ਸੀ, ਅਤੇ ਆਈ ਥਿੰਕ ਦੈਟ ਵੀ ਹੈਵ ਕਵਰਡ ਦੋਜ਼ 20 years। ਆਪਾਂ ਅਗਰ 12 ਦੇ ਵੀ ਚੱਲੀਏ ਤਾਂ ਆਪਾਂ 10 ਸਾਲ ਤਾਂ ਆਲਰੇਡੀ ਕਵਰ ਕਰ ਹੀ ਲਏ ਨੇ, ਹੈ ਨਾ। ਤਾਂ ਅਸੀਂ ਬਹੁਤ ਉਸ ਸਮੇਂ 'ਤੇ ਅਸੀਂ ਪਹੁੰਚ ਚੁੱਕੇ ਹਾਂ ਜਦੋਂ ਇਹ ਗੱਲ ਕਹੀ ਗਈ ਸੀ ਕਿ ਹੋ ਜਾਏਗਾ। ਵੀ ਆਰ ਦ ਜਨਰੇਸ਼ਨ ਹੂ ਆਰ ਫੇਸਿੰਗ ਦਿਸ ਪ੍ਰੋਬਲਮ। This means that water in the Punjab will cease to be potable for humans and animals in the next 20 to 25 years। ਇਸ ਗੱਲ ਦਾ ਇਹ ਮਤਲਬ ਹੈ ਕਿ ਆਉਣ ਵਾਲੇ 20-25 ਸਾਲਾਂ ਦੇ ਵਿੱਚ, ਜਿਹਦੇ ਵਿੱਚੋਂ ਅਸੀਂ ਕੁਝ ਸਾਲ ਬਿਤਾ ਚੁੱਕੇ ਹਾਂ, ਆਉਣ ਵਾਲੇ 20-25 ਸਾਲਾਂ ਦੇ ਵਿੱਚ ਜਿਹੜੇ ਹਿਊਮਨਸ ਨੇ, ਇਨਸਾਨ ਨੇ, ਅਤੇ ਜਿਹੜੇ ਐਨੀਮਲਸ ਨੇ, ਪਾਣੀ ਉਹਨਾਂ ਦੇ ਵਾਸਤੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਸਹੀ ਨਹੀਂ ਹੋਏਗਾ। ਪ੍ਰੈਜ਼ੈਂਸ ਆਫ ਨਾਈਟ੍ਰੇਟ ਅਪ ਟੂ 10 mg ਪਰ ਲੀਟਰ। ਯੈਸ ਵੀ ਵਰ ਟਾਕਿੰਗ ਅਬਾਊਟ ਦ ਲੈਵਲ ਆਫ ਨਾਈਟ੍ਰੇਟ ਇਨ ਦ ਵਾਟਰ। ਤਾਂ ਜਿਹੜਾ ਇਹ ਨਾਈਟ੍ਰੇਟ ਦਾ ਜਿਹੜਾ ਲੈਵਲ ਹੈ ਉਹ ਵੱਧ ਰਿਹਾ, ਉਹਦੇ ਕਰਕੇ ਜਿਹੜਾ ਪਾਣੀ ਹੈ ਉਹ ਪੀਣ ਦੇ ਯੋਗ ਹੁਣ ਨਹੀਂ ਹੈ, ਨਹੀਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਰਹੇਗਾ। ਪ੍ਰੈਜ਼ੈਂਸ ਆਫ ਨਾਈਟ੍ਰੇਟ ਅਪ ਟੂ 10 mg per liter rendered is unfit for drinking। High levels of arsenic, nitrates and heavy metals in water are causing severe health problems।
ਜਿਹੜਾ ਬਹੁਤ ਜ਼ਿਆਦਾ ਅਰਸੈਨਿਕ ਹੈ, ਨਾਈਟ੍ਰੇਟ ਹੈ, ਜਾਂ ਬਹੁਤ ਜ਼ਿਆਦਾ ਜਿਹੜਾ ਹੈਵੀ ਮੈਟਲਸ ਜਿਹੜਾ ਆ ਰਹੀਆਂ ਨੇ ਪਾਣੀ ਦੇ ਵਿੱਚ, ਉਹਦੇ ਕਰਕੇ ਪਾਣੀ ਪੀਣ ਦੇ ਯੋਗ ਤਾਂ ਨਹੀਂ ਰਿਹਾ, ਦੈਟ ਇਜ਼ ਅਨਫਿਟ। ਉਹਦੇ ਨਾਲ ਸਾਨੂੰ ਹੈਲਥ ਪ੍ਰੋਬਲਮਸ ਵੀ ਬਹੁਤ ਆ ਰਹੀਆਂ ਨੇ। ਹਾਈ ਨਾਈਟ੍ਰੇਟ ਲੈਵਲਸ ਇਨ ਵਾਟਰ ਕੈਨ ਰਿਜ਼ਲਟ ਇਨ ਰਿਡਿਊਸਡ ਆਕਸੀਜਨ ਸਪਲਾਈ ਟੂ ਵਾਈਟਲ ਟਿਸ਼ੂਜ਼ ਸਚ ਐਜ਼ ਅ ਬ੍ਰੇਨ। ਜਿਹੜਾ ਇੰਨਾ ਜ਼ਿਆਦਾ ਨਾਈਟ੍ਰੇਟ ਲੈਵਲ ਪਾਣੀ ਦੇ ਵਿੱਚ ਵੱਧ ਰਿਹਾ, ਉਹਦੇ ਨਾਲ ਹੁੰਦਾ ਕੀ ਹੈ ਕਿ ਉਹਦੇ ਨਾਲ ਜਿਹੜਾ ਹੈ ਆਕਸੀਜਨ ਸਪਲਾਈ ਜਿਹੜਾ ਹੈ ਉਹ ਸਾਡੇ ਦਿਮਾਗ ਨੂੰ ਘੱਟ ਹੋ ਜਾਂਦੀ ਹੈ, ਬਹੁਤ ਘੱਟ ਹੋ ਜਾਂਦੀ ਹੈ। The state should therefore make a comprehensive policy on the issue on a top priority basis। ਤਾਂ ਜਿਹੜੀ ਸਾਡੀ ਸਟੇਟ ਹੈ, ਜਿਹੜੀ ਸਾਡੀ ਪੰਜਾਬ ਸਰਕਾਰ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਹੈ ਇਸ 'ਤੇ ਕੋਈ ਇੱਕ ਵਧੀਆ ਪੋਲਿਸੀ ਬਣਾਉਣ ਜਿਹਦੇ 'ਚ ਇਹ ਕੰਪਰੀਹੈਂਸਿਵ, ਜਿਹਦੇ ਵਿੱਚ ਸਭ ਕੁਝ ਕਵਰ ਹੁੰਦਾ ਹੋਵੇ, ਜਿਹਨੂੰ ਪ੍ਰਾਇੋਰਟੀ ਦਿੱਤੀ ਜਾਵੇ। ਇਸ ਗੱਲ ਨੂੰ ਪਹਿਲ ਦੇਣੀ ਚਾਹੀਦੀ ਹੈ। Departments of soil conservation, irrigation, electricity and agriculture should work in cohesion to meet this challenge। ਜਿਹੜਾ ਅਲੱਗ-ਅਲੱਗ ਡਿਪਾਰਟਮੈਂਟਸ ਨੇ ਸੋਇਲ ਕੰਜ਼ਰਵੇਸ਼ਨ, ਮਿੱਟੀ ਦੀ ਸਾਂਭ ਸੰਭਾਲ ਲਈ, ਇਰੀਗੇਸ਼ਨ ਸਿੰਚਾਈ ਲਈ, ਇਲੈਕਟ੍ਰੀਸਿਟੀ ਬਿਜਲੀ ਲਈ, ਐਂਡ ਐਗਰੀਕਲਚਰ ਖੇਤੀ ਲਈ ਸ਼ੁੱਡ ਵਰਕ ਇਨ ਕੋਹੈਸ਼ਨ ਟੂ ਮੀਟ ਦਿਸ ਚੈਲੰਜ। ਉਹਨਾਂ ਸਾਰਿਆਂ ਨੂੰ ਇਕੱਠੇ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। According to the findings of National Geographical Research Institute, due to the over-exploitation of water resources, the groundwater levels are going down by 60 centimeter every year। ਤਾਂ ਜਿਹੜਾ ਨੈਸ਼ਨਲ ਜੋਗ੍ਰਾਫਿਕ ਰਿਸਰਚ ਇੰਸਟੀਟਿਊਟ ਹੈ, ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਫਾਈਂਡਿੰਗ ਹੈ, ਜਿਹੜੀ ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਨੇ ਕੀ ਦੇਖਿਆ ਕਿ ਓਵਰ ਐਕਸਪਲੋਇਟੇਸ਼ਨ ਹੋ ਰਹੀ ਹੈ ਵਾਟਰ ਰਿਸੋਰਸ ਦੀ। ਪਾਣੀ ਦੇ ਜਿਹੜੇ ਸੋਰਸ ਨੇ, ਜਿਹੜੇ ਸੋਮੇ ਨੇ, ਉਹਨਾਂ ਦਾ ਜਿਹੜਾ ਲੋੜ ਨਾਲੋਂ ਵੱਧ ਉਹਨੂੰ ਵਰਤਿਆ ਜਾ ਰਿਹਾ ਹੈ। The groundwater levels are going down by 60 centimeter every year। ਹਰ ਸਾਲ ਜਿਹੜਾ ਗਰਾਊਂਡ ਵਾਟਰ ਹੈ ਉਹ 60 ਸੈਂਟੀਮੀਟਰ ਤੱਕ ਥੱਲੇ ਹੋ ਰਿਹਾ ਹੈ। The Punjab has in less than 30 years used up groundwater reserves built up over the last 105 years। ਪੰਜਾਬ ਨੇ 30 ਸਾਲਾਂ ਤੋਂ ਘੱਟ ਦੇ ਸਮੇਂ ਦੇ ਵਿੱਚ ਜਿਹੜਾ ਪਿਛਲੇ 105 ਸਾਲਾਂ ਦੇ ਵਿੱਚ ਪਾਣੀ ਇਕੱਠਾ ਹੋਇਆ ਸੀ, ਉਹਨੂੰ ਵਰਤ ਲਿਆ ਹੈ। In order to reach the water table, farmers are forced to dig deeper and deeper into the ground and use more power to pump out water। ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਇੰਨੇ ਥੱਲੇ ਚਲਾ ਗਿਆ ਹੈ, ਤਾਂ ਪਾਣੀ ਤੱਕ ਪਹੁੰਚਣ ਲਈ ਕਿਸਾਨਾਂ ਨੂੰ ਜਿਹੜਾ ਹੈ ਬਹੁਤ ਡੀਪ ਖੋਦਣਾ ਪੈਂਦਾ ਹੈ। ਈਵਨ ਰੈਜ਼ੀਡੈਂਟਸ ਇਨ ਸਿਟੀਜ਼, ਜਿਹੜੇ ਰੈਜ਼ੀਡੈਂਟ ਨੇ, ਜਿਹੜੇ ਸ਼ਹਿਰ 'ਚ ਰਹਿੰਦੇ ਨੇ, ਯੂਜ਼ਿੰਗ ਹੈਂਡ ਪੰਪ ਵਾਟਰ ਆਰ ਹੈਵਿੰਗ ਟੂ ਡਿਗ ਡੀਪਰ ਦੈਨ ਦੇ ਡਿਡ। ਜੇ ਆਪਾਂ ਇੱਕ ਹੈਂਡ ਪੰਪ ਵੀ ਖੋਦਣਾ ਹੋਵੇ, ਅੱਜ ਕੱਲ੍ਹ ਆਪਾਂ ਦੇਖਿਆ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਹੈਂਡ ਪੰਪ ਹੁੰਦੇ ਸੀ, ਬਿਕੋਜ਼ there was plenty of water, but ਕਿਉਂਕਿ ਹੁਣ ਬਹੁਤ ਘੱਟ ਗਿਆ ਹੈ ਪਾਣੀ, ਤਾਂ ਉਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਹੁਣ ਸਾਨੂੰ ਹੈਂਡ ਪੰਪ ਵੀ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦੇ। ਅਤੇ ਅਗਰ ਇੱਕ ਹੈਂਡ ਪੰਪ ਅਸੀਂ ਲਾਉਣਾ ਹੈ ਤਾਂ ਸਾਨੂੰ ਉਹਦੇ ਲਈ ਬਹੁਤ ਡੀਪ ਡਿਗ ਕਰਨਾ ਪੈਂਦਾ, ਬਹੁਤ ਜਿਹੜਾ ਹੈ ਡੂੰਘਾ ਉਹਨੂੰ ਖੋਦਣਾ ਪੈਂਦਾ। The excessive decline in water table is resulting in low discharge of tube wells ਦੇ ਵਿੱਚ ਵੀ ਇਹਦੇ ਕਰਕੇ ਪਾਣੀ ਘੱਟ ਆ ਰਿਹਾ ਹੈ। Deepening of pits and tube wells, replacement of low-cost centrifugal pumps with costlier submersible pumps and increased energy costs, thereby affecting the socio-economic condition of small and marginal farmers of the state। ਜਿਹੜਾ excessive decline in water ਹੈ, ਪਾਣੀ ਦਾ ਸਤਰ ਦਾ ਇੰਨਾ ਥੱਲੇ ਡਿੱਗ ਜਾਣਾ, ਉਹਦੇ 'ਚ ਨਾਲ ਟਿਊਬਵੈਲਸ ਦਾ ਪਾਣੀ ਤਾਂ ਘਟਿਆ ਹੀ ਹੈ। ਡੀਪਨਿੰਗ ਆਫ ਪਿਟਸ ਐਂਡ ਟਿਊਬਵੈਲਸ, ਉਹ ਵੀ ਬਹੁਤ ਥੱਲੇ ਉਹਨਾਂ ਨੂੰ ਕਰਨਾ ਪੈਂਦਾ ਹੈ। ਰਿਪਲੇਸਮੈਂਟ ਆਫ ਲੋ ਕੋਸਟ ਸੈਂਟਰ, ਜਿਹੜੇ ਪੰਪਸ ਨੇ ਹੁਣ ਉਹ ਸਸਤੇ ਨਹੀਂ ਯੂਜ਼ ਹੁੰਦੇ, ਬਹੁਤ ਮਹਿੰਗੇ, ਜਿਹੜੇ ਕੋਸਟਲੀਅਰ ਨੇ। ਸਬਮਰਸੀਬਲ ਪੰਪ ਜਿਹੜਾ ਕਿ ਅੱਜ ਕੱਲ੍ਹ ਘਰਾਂ 'ਚ ਘਰ 'ਚ ਲੱਗਿਆ ਹੋਇਆ ਹੈ। ਐਂਡ ਇੰਕਰੀਜ਼ਡ ਐਨਰਜੀ ਕੋਸਟ, ਉਹਦੇ ਨਾਲ ਜਿਹੜੀ ਐਨਰਜੀ ਕੋਸਟ ਹੈ, ਜਿਹੜੀ ਬਿਜਲੀ ਦੀ ਖਪਤ ਹੈ, ਉਹ ਬਹੁਤ ਵੱਧ ਗਈ ਹੈ। thereby affecting the socio-economic condition of small and marginal farmers। ਉਹਦੇ ਇਹਨਾਂ ਚੀਜ਼ਾਂ ਦੇ ਨਾਲ ਕਿਸੇ ਵੱਡੇ ਕਿਸਾਨ ਨੂੰ ਸ਼ਾਇਦ ਫਰਕ ਨਾ ਵੀ ਪੈਂਦਾ ਹੋਵੇ, ਬਟ ਜਿਹੜੇ ਛੋਟੇ ਕਿਸਾਨ ਨੇ, ਜਿਹੜੇ ਮਾਰਜਨਲ ਫਾਰਮਰਸ ਨੇ, ਸਮੋਲ ਫਾਰਮਰਸ ਨੇ, ਉਹ ਬਹੁਤ ਅਫੈਕਟ ਹੋਏ ਨੇ ਇਸ ਚੀਜ਼ ਨਾਲ। ਉਹਨਾਂ ਦੀ ਜਿਹੜੀ ਕੰਡੀਸ਼ਨ ਆ ਬਹੁਤ ਖ਼ਰਾਬ ਹੋਈ ਹੈ। ਇਨ ਦ ਸਟੇਟ ਮੇਜਰ ਸ਼ੇਅਰ ਆਫ ਵਾਟਰ ਇਜ਼ ਟੇਕਨ ਬਾਏ ਰਾਈਸ ਵੀਟ ਕ੍ਰੋਪਿੰਗ ਸਿਸਟਮ। ਹੁਣ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਇੰਨਾ ਡੇ ਬਾਏ ਡੇ ਥੱਲੇ, ਵਾਈ ਇਟ ਇਜ਼ ਡਿਕਲਾਈਨਿੰਗ, ਉਹ ਕਿਉਂ ਜਾ ਰਿਹਾ ਹੈ? ਤਾਂ ਇੱਕ ਜਿਹੜੀ ਸਾਡੀ ਸਟੇਟ ਹੈ, ਜਿਹੜਾ ਸਾਡੀ ਸਟੇਟ ਦਾ ਜਿਹੜਾ ਸਾਡੇ ਕੋਲ ਇੰਨਾ ਪਾਣੀ ਹੈ, 5 ਦਰਿਆ ਦਾ ਸਾਡੇ ਕੋਲ ਪਾਣੀ ਸੀ, ਜਿਹਨੂੰ ਪੰਜਾਬ ਕਹਿੰਦੇ ਸੀ, ਸਾਡੇ ਇੰਨਾ ਕਿਉਂ ਘਟ ਗਿਆ? ਕਿਉਂਕਿ ਜਿਹੜਾ ਮੇਜਰ ਸ਼ੇਅਰ ਆਫ ਵਾਟਰ ਹੈ ਉਹ ਇਜ਼ ਟੇਕਨ ਬਾਏ ਰਾਈਸ ਵੀਟ ਕ੍ਰੋਪਿੰਗ ਸਿਸਟਮ। ਸਾਡਾ ਜਿਹੜਾ ਕ੍ਰੋਪਿੰਗ ਸਿਸਟਮ ਹੈ, ਜਿਹੜੀ ਖੇਤੀ ਹੈ, ਅਸੀਂ ਇੱਕ ਵਾਰ ਰਾਈਸ ਦੀ ਕਰਦੇ ਹਾਂ, ਫਿਰ ਵੀਟ ਦੀ ਕਰਦੇ ਹਾਂ, ਫਿਰ ਅਸੀਂ ਕਦੇ ਜਿਹੜਾ ਝੋਨਾ ਲਾ ਲੈਂਦੇ ਹਾਂ, ਕਦੇ ਅਸੀਂ ਜਿਹੜਾ ਹੈ ਅਨਾਜ ਲਾ ਲੈਂਦੇ ਹਾਂ, ਹੈ ਨਾ।
it may be noticed that 1 kg of rice consume 3500 to 4000 liters of water for its growth. ਹੁਣ ਦੇਖੋ ਬੇਟਾ 1 ਕਿਲੋ ਰਾਈਸ ਜਿਹੜੇ ਅਸੀਂ ਲੈ ਲੈਂਦੇ 1 ਕਿਲੋ ਰਾਈਸ ਹੈ ਨਾ ਬਹੁਤ ਜਲਦੀ ਕੰਜ਼ਿਊਮ ਵੀ ਕਰ ਲੈਂਦੇ ਹਾਂ ਸਿਰਫ 1 ਕਿਲੋ ਰਾਈਸ ਜਿਹੜਾ ਹੈ 1 ਕਿਲੋ ਚਾਵਲ ਨੂੰ ਬੀਜਣ ਦੇ ਲਈ ਕਿੰਨਾ ਪਾਣੀ ਚਾਹੀਦਾ 3500 ਤੋਂ ਲੈ ਕੇ 4000 ਲੀਟਰ ਤੱਕ ਪਾਣੀ ਚਾਹੀਦਾ ਹੈ ਡਿਪੈਂਡਿੰਗ ਅਪੋਨ ਇਟਸ ਵੈਰਾਈਟੀ ਸੋਇੰਗ ਟਾਈਮ ਏਰੀਆ ਉਸ ਤੋਂ ਇਲਾਵਾ ਇਹਨਾਂ ਚੀਜ਼ਾਂ ਨੂੰ ਵੀ ਦੇਖਣਾ ਪੈਂਦਾ ਕਿ ਚਾਵਲ ਦੀ ਕਿਹੜੀ ਵੈਰਾਈਟੀ ਹੈ ਕਿਹੜੀ ਕਿਸਮ ਹੈ ਸੋਇੰਗ ਟਾਈਮ ਕਿਹੜੇ ਟਾਈਮ 'ਤੇ ਅਸੀਂ ਉਹਨੂੰ ਬੀਜ ਰਹੇ ਹਾਂ ਏਰੀਆ ਕਿਸ ਤਰ੍ਹਾਂ ਦਾ therefore it is the requirement of the present situation that the traditional cropping pattern should be changed immediately ਤਾਂ ਜੇ ਅਸੀਂ ਆਪਣੇ ਪਾਣੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜਿਹੜਾ ਇਹ ਟ੍ਰੈਡੀਸ਼ਨਲ ਪੈਟਰਨ ਹੈ ਜਿਹੜਾ ਪਰੰਪਰਾਗਤ ਤਰੀਕਾ ਹੈ ਖੇਤੀ ਕਰਨ ਦਾ ਇਹਨੂੰ ਇਮੀਡੀਏਟਲੀ ਚੇਂਜ ਕਰਨਾ ਚਾਹੀਦਾ ਹੈ Moreover, there is a need to strictly switch over to the technologies related to soil and agronomic management that save water without a loss in crop yields. ਇਸ ਤੋਂ ਜ਼ਿਆਦਾ ਸਾਨੂੰ ਜਿਹੜਾ ਹੈ ਸਟ੍ਰਿਕਟਲੀ ਸਵਿਚ ਓਵਰ ਕਰਨਾ ਚਾਹੀਦਾ ਚੇਂਜ ਕਰਨਾ ਚਾਹੀਦਾ ਟੈਕਨੋਲੋਜੀ ਨੂੰ ਜਿਹੜੀ ਮਿੱਟੀ ਤੋਂ ਰਿਲੇਟਿਡ ਹੈ ਜਾਂ ਐਗਰੋਨੋਮਿਕ ਮੈਨੇਜਮੈਂਟ ਤੋਂ ਰਿਲੇਟਿਡ ਹੈ ਜਿਹੜੇ ਪਾਣੀ ਨੂੰ ਬਚਾਵੇ ਸੇਵ ਕਰੇ ਵਿਦਾਊਟ ਅ ਲਾਸ ਇਨ ਕ੍ਰੌਪ ਯੀਲਡਸ ਜਿਹਦੇ ਨਾਲ ਸਾਡੀ ਜਿਹੜੀ ਕ੍ਰੌਪ ਯੀਲਡ ਹੈ ਜਿਹੜੀ ਸਾਡੀ ਉਹ ਹੁੰਦੀ ਹੈ ਪ੍ਰੋਡਕਸ਼ਨ ਹੁੰਦੀ ਹੈ ਉਹਦੇ 'ਤੇ ਕੋਈ ਫਰਕ ਨਾ ਪਵੇ ਲੀਡਿੰਗ ਟੂ ਹਾਈ ਪ੍ਰੋਡਕਟੀਵਿਟੀ ਪਰ ਯੂਨਿਟ ਯੂਜ਼ ਆਫ ਵਾਟਰ ਪਰ ਜਿਹੜੀ ਪਾਣੀ ਦੀ ਪਰ ਯੂਨਿਟ ਹੈ ਉਹਦੇ ਜਿਹੜੀ ਪ੍ਰੋਡਕਟੀਵਿਟੀ ਉਹ ਵਧੇ ਮਤਲਬ ਜਿਹੜੀ ਪ੍ਰੋਡਕਸ਼ਨ ਹੈ ਦੈਟ ਸ਼ੁੱਡ ਇੰਕਰੀਜ਼ ਜੇ ਅਸੀਂ 3500 4000 ਲੀਟਰ ਦੇ ਪਿੱਛੇ 1 ਕਿਲੋ ਚਾਵਲ ਉਗਾ ਰਹੇ ਹਾਂ ਤਾਂ ਸਾਡੀ ਪ੍ਰੋਡਕਟੀਵਿਟੀ ਅਗਰ ਵਧੇਗੀ ਪ੍ਰੋਡਕਸ਼ਨ ਵਧੇਗੀ ਤਾਂ ਇਟ ਸ਼ੁੱਡ 1 kg ਦੀ ਜਗ੍ਹਾ ਇਟ ਸ਼ੁੱਡ ਬੀ ਲੈਟ ਇਟ ਬੀ 5 kg ਕੁਛ ਵੀ ਹੋ ਸਕਦਾ ਉਹ 5 kg ਹੋ ਜਾਏ ਤਾਂ ਅਸੀਂ ਕਹਾਂਗੇ ਕਿ ਸਾਡੀ ਪ੍ਰੋਡਕਟੀਵਿਟੀ ਵੱਧ ਗਈ ਹੈ ਸਾਨੂੰ ਟੈਕਨੋਲੋਜੀ ਚੇਂਜ ਕਰਨੀ ਚਾਹੀਦੀ ਹੈ These technologies include planting and transplanting time of crops, irrigation, scheduling and new irrigation methods. ਤੇ ਇਹਨਾਂ ਦੇ ਵਿੱਚ ਇਸ ਟੈਕਨੋਲੋਜੀ ਜੇ ਅਸੀਂ ਗੱਲ ਕਰੀਏ ਤਾਂ ਕੀ ਆਉਂਦਾ ਇਹਦੇ ਵਿੱਚ ਪਲਾਂਟਿੰਗ ਅਸੀਂ ਕਿਸ ਤਰ੍ਹਾਂ ਪਲਾਂਟ ਕਰਨੀ ਹੈ ਟਰਾਂਸਪਲਾਂਟ ਕਰਨੀ ਹੈ ਟਾਈਮ ਆਫ ਕ੍ਰੌਪਸ ਉਹਨਾਂ ਦਾ ਟਾਈਮ ਕੀ ਹੈ ਕ੍ਰੌਪਸ ਦਾ ਜਦੋਂ ਉਹਨਾਂ ਨੂੰ ਅਸੀਂ ਪਲਾਂਟ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਸੋ ਕਰਨਾ ਹੈ ਕਿਸ ਟਾਈਮ 'ਤੇ ਵਿਚ ਇਜ਼ ਦਾ ਹਾਈ ਟਾਈਮ ਇਰੀਗੇਸ਼ਨ ਸ਼ਡਿਊਲਿੰਗ ਅਸੀਂ ਸਿੰਚਾਈ ਦਾ ਆਪਣਾ ਜਿਹੜਾ ਹੈ ਉਹਨੂੰ ਸ਼ਡਿਊਲ ਕਰਨਾ ਹੈ ਕਿ ਕਦੋਂ ਕਰਨੀ ਹੈ ਨਿਊ ਇਰੀਗੇਸ਼ਨ ਮੈਥਡਸ ਸਾਡੇ ਮੈਥਡਸ ਨਵੇਂ ਹੋਣੇ ਚਾਹੀਦੇ ਨੇ ਲਾਈਕ ਸਪ੍ਰਿੰਕਲਰ ਤੁਸੀਂ ਦੇਖਿਆ ਹੋਣਾ ਬਹੁਤ ਜਿੱਥੇ ਬਹੁਤ ਸੋਹਣੇ ਗਾਰਡਨਸ ਬਣੇ ਹੁੰਦੇ ਨੇ ਗਰਾਸ ਲੱਗੇ ਹੁੰਦੇ ਉੱਥੇ ਸਪ੍ਰਿੰਕਲਰਸ ਲੱਗੇ ਹੁੰਦੇ ਨੇ ਇੱਕ ਛੋਟੇ ਪਾਈਪ ਹੁੰਦਾ ਉਹਦੇ 'ਚੋਂ ਥੋੜ੍ਹਾ ਪਾਣੀ ਹਰ ਜਗ੍ਹਾ ਗਿਰਦਾ ਰਹਿੰਦਾ ਹੈ ਡ੍ਰਿਪ ਫੁਰੋ ਐਕਸੈਟਰਾ ਤਾਂ ਇਹ ਜਿਹੜੇ ਸਿਸਟਮ ਨੇ ਸਪ੍ਰਿੰਕਲਰ ਡ੍ਰਿਪ ਵੀ ਇਸੇ ਤਰ੍ਹਾਂ ਦਾ ਸਿਸਟਮ ਹੁੰਦਾ ਜਿਹਦੇ 'ਚੋਂ ਥੋੜ੍ਹਾ ਪਾਣੀ ਡਿੱਗਦਾ ਰਹਿੰਦਾ ਹੈ For using available water resources effectively and efficiently, water users associations, societies should be constituted. ਤਾਂ ਪਾਣੀ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨ ਲਈ ਜੁਡੀਸ਼ੀਅਸਲੀ ਯੂਜ਼ ਕਰਨ ਲਈ ਐਸੋਸੀਏਸ਼ਨ ਅਤੇ ਸੁਸਾਇਟੀ ਬਣਾਉਣੀ ਚਾਹੀਦੀ ਹੈ Various measures, technologies for enhancing artificial groundwater recharge should also be adopted. ਕਈ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ ਨੇ ਟੈਕਨੋਲੋਜੀ ਅਪਣਾਉਣੀ ਚਾਹੀਦੀ ਹੈ ਜਿਹਦੇ ਨਾਲ ਜਿਹੜਾ ਹੈ ਗਰਾਊਂਡ ਵਾਟਰ ਰੀਚਾਰਜ ਹੈ ਜਿਹੜਾ ਉਹ ਵਧੇ ਗਰਾਊਂਡ ਵਾਟਰ ਰੀਚਾਰਜ ਜਿਹਦੇ ਨਾਲ ਗਰਾਊਂਡ ਵਾਟਰ ਰੀਚਾਰਜ ਹੋ ਜਾਏ ਹੋਰ ਵੱਧ ਜਾਏ ਯੈਸ ਵੀ ਮਸਟ ਹੀਅਰ ਦ ਵਾਰਨਿੰਗ ਬੈਲ ਸਾਨੂੰ ਜਿਹੜੀ ਵਾਰਨਿੰਗ ਬੈਲ ਹੈ ਜਿਹੜੀ ਸਾਨੂੰ ਬਾਰ ਚੇਤਾਵਨੀ ਪਾਣੀ ਦਾ ਲੈਵਲ ਥੱਲੇ ਜਾਣਾ ਇਹ ਸਾਡੇ ਲਈ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਸਾਨੂੰ ਇਹਨੂੰ ਸੁਣਨਾ ਚਾਹੀਦਾ ਐਂਡ ਐਕਟ ਬਿਫੋਰ ਇਟ ਇਜ਼ ਟੂ ਲੇਟ ਅਤੇ ਸਾਨੂੰ ਬਹੁਤ ਦੇਰ ਹੋਣ ਤੋਂ ਪਹਿਲਾਂ ਹੀ ਕੁਛ ਨਾ ਕੁਛ ਕਰ ਲੈਣਾ ਚਾਹੀਦਾ ਐਵਰੀ ਡਰੋਪ ਆਫ ਵਾਟਰ ਇਜ਼ ਪ੍ਰੈਸ਼ੀਅਸ ਹਰ ਪਾਣੀ ਦੀ ਇੱਕ ਬੂੰਦ ਜਿਹੜੀ ਹੈ ਉਹ ਕੀਮਤੀ ਹੈ ਐਂਡ ਨੀਡਸ ਟੂ ਬੀ ਸੇਵਡ ਵੇਅਰ ਐਵਰ ਐਂਡ ਇਨ ਵਾਟ ਐਵਰ ਵੇ ਇਟ ਇਜ਼ ਪੋਸੀਬਲ ਤਾਂ ਕਿਸੇ ਵੀ ਤਰੀਕੇ ਨਾਲ ਕਿੱਥੇ ਵੀ ਜਿੱਥੇ ਵੀ ਅਸੀਂ ਪਾਣੀ ਨੂੰ ਸੇਵ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਇਹ ਨਹੀਂ ਹੈ ਕਿ ਅਸੀਂ ਸਿਰਫ ਆਪਣੇ ਘਰ ਦਾ ਪਾਣੀ ਤਾਂ ਸੇਵ ਕਰ ਲਿਆ ਅਗਰ ਅਸੀਂ ਬਾਹਰ ਜਾ ਰਹੇ ਹਾਂ ਕਿੱਥੇ ਅਗਰ ਕੋਈ ਟੈਪ ਚੱਲ ਰਹੀ ਹੈ ਤਾਂ ਅਸੀਂ ਉਹਨੂੰ ਲੈਟ ਇਟ ਬੀ ਕਿ ਅਸੀਂ ਧਿਆਨ ਹੀ ਨਹੀਂ ਦਿੰਦੇ ਨੋ ਅਸੀਂ ਅਗਰ ਬੇਟਾ ਕਿੱਥੇ ਵੀ ਜਾ ਰਹੇ ਹਾਂ ਸਾਨੂੰ ਡੈਫੀਨੇਟਲੀ ਜਿਹੜਾ ਹੈ ਵਾਟਰ ਨੂੰ ਕੰਜ਼ਰਵ ਕਰਨਾ ਚਾਹੀਦਾ ਅਗਰ ਅਸੀਂ ਕਿੱਥੇ ਬੰਦ ਕਰ ਸਕਦੇ ਹਾਂ ਕਿ ਟੈਪ ਨੂੰ 1 ਸੈਕਿੰਡ ਰੁੱਕ ਕੇ ਅਗਰ ਅਸੀਂ ਟੈਪ ਸਾਡੇ ਬੰਦ ਕਰਨ ਨਾਲ ਪਾਣੀ ਦੀ ਵੇਸਟੇਜ ਰੁਕ ਜਾਂਦੀ ਹੈ ਜਾਂ ਪਾਵਰ ਦੀ ਵੇਸਟੇਜ ਜਿਹੜਾ ਹੈ ਸਪੋਜ਼ ਅਸੀਂ ਕਿੱਥੇ ਜਾ ਰਹੇ ਹਾਂ ਹੈ ਨਾ ਲਾਈਟਸ ਔਨ ਨੇ ਸਕੂਲ ਦੇ ਵਿੱਚ ਹੀ ਜਾਂ ਬਾਹਰ ਕਿਤੇ ਲਾ ਲਓ ਪਬਲਿਕ ਪਲੇਸ 'ਤੇ ਤਾਂ ਅਗਰ ਸਾਡੇ 1 ਮਿੰਟ ਦੇ ਕੇ ਉਹਨੂੰ ਔਫ ਕਰਨ ਨਾਲ ਉਹ ਚੀਜ਼ ਦੀ ਵੇਸਟੇਜ ਰੁਕ ਜਾਂਦੀ ਹੈ ਦੈਨ ਵੀ ਸ਼ੁੱਡ ਡੈਫੀਨੇਟਲੀ ਡੂ ਦੈਟ ਵੀ ਸ਼ੁੱਡ ਗੋ ਫॉर ਇਟ ਠੀਕ ਹੈ ਤਾਂ ਸਾਨੂੰ ਇਸ ਤਰ੍ਹਾਂ ਕਿਉਂਕਿ ਜਿਹੜੇ ਸਾਰੇ ਰਿਸੋਰਸਿਸ ਨੇ ਉਹ ਕਿਸੇ ਦੇ ਕੋਈ ਪਰਸਨਲ ਨਹੀਂ ਹੈਗੇ ਥੀਸ ਰਿਸੋਰਸਿਸ ਆਰ ਫॉर ਦੇ ਬਿਲੋਂਗ ਟੂ ਐਵਰੀਵਨ ਦੇ ਬਿਲੋਂਗ ਟੂ ਕਮਿਊਨਿਟੀ ਦੇ ਬਿਲੋਂਗ ਟੂ ਸੁਸਾਇਟੀ ਤਾਂ ਉਹਦਾ ਜਿਹੜਾ ਹੈ ਉਹਦਾ ਜਿਹੜਾ ਧਿਆਨ ਰੱਖਣ ਦੀ ਰਿਸਪੋਂਸਿਬਿਲਿਟੀ ਹੈ ਉਹ ਸਾਡੀ ਸਭ ਦੀ ਸਾਂਝੀ ਹੈ
Every day in rural communities and poor urban centers throughout India, hundreds of millions of people suffer from a lack of access to clean, safe water. ਤਾਂ ਤੁਹਾਨੂੰ ਪਤਾ ਹੈ ਅੱਜ ਹਰ ਦਿਨ ਰੂਰਲ ਕਮਿਊਨਿਟੀ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਦੇਖੀਏ ਕਈ ਪੂਰ ਅਰਬਨ ਸੈਂਟਰ ਜਿੱਥੇ ਕੋਈ ਸ਼ਹਿਰਾਂ ਦੇ ਵਿੱਚ ਗਰੀਬ ਲੋਕ ਰਹਿੰਦੇ ਨੇ ਪੂਰੇ ਇੰਡੀਆ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਤਾਂ ਬਹੁਤ ਹਜ਼ਾਰਾਂ ਲੋਕ ਇਹੋ ਜਿਹੇ ਨੇ ਲੱਖਾਂ ਲੋਕ ਇਹੋ ਜਿਹੇ ਨੇ ਜਿਹੜੇ ਜਿਨ੍ਹਾਂ ਨੂੰ ਸਾਫ਼ ਪੀਣ ਦਾ ਪਾਣੀ ਵੀ ਨਹੀਂ ਮਿਲਦਾ ਵਿਮਨ ਐਂਡ ਗਰਲਸ ਸਪੈਸ਼ਲੀ ਬੇਅਰ ਦ ਬਰਡਨ ਆਫ ਵਾਕਿੰਗ ਮਾਈਲਸ ਐਟ ਅ ਟਾਈਮ ਟੂ ਗੋ ਟੂ ਗੈਦਰ ਵਾਟਰ ਫਰੋਮ streams and ponds full of waterborne diseases that are making them and their family sick. ਤਾਂ ਤੁਸੀਂ ਦੇਖਿਆ ਹੀ ਹੈ ਯੂ ਮਸਟ ਹੈਵ ਸੀਨ ਇਨ ਮੂਵੀਜ਼ ਆਲਸੋ ਇਫ ਨਾਟ ਇਨ ਰੀਅਲ ਅਗਰ ਤੁਸੀਂ ਰੀਅਲ 'ਚ ਨਹੀਂ ਵੀ ਦੇਖਿਆ ਸ਼ਾਇਦ ਤੁਸੀਂ ਮੂਵੀਜ਼ ਤਾਂ ਡੈਫੀਨੇਟਲੀ ਦੇਖਿਆ ਹੋਣਾ ਕਿ ਬਹੁਤ ਦੂਰ ਦੂਰ ਜਿਹੜਾ ਹੈ ਲੇਡੀਜ਼ ਜਾਂਦੀਆਂ ਨੇ ਹੈ ਨਾ ਗਰਲਸ ਨੂੰ ਜਾਣਾ ਪੈਂਦਾ ਹੈ ਪਾਣੀ ਲੈਣ ਦੇ ਵਾਸਤੇ ਅਤੇ ਜਿਹੜਾ ਉਹ ਪਾਣੀ ਲੈਂਦੀਆਂ ਨੇ ਉਹ ਕਈ ਵਾਰ ਫਿਟ ਵੀ ਨਹੀਂ ਹੁੰਦਾ ਦੈਟ ਇਜ਼ ਨਾਟ ਈਵਨ ਫਿਟ ਫॉर ਡਰਿੰਕਿੰਗ ਉਹ ਗੰਦਾ ਪਾਣੀ ਜਦੋਂ ਲੈਂਦੀਆਂ ਨੇ ਉਹਦੇ ਨਾਲ ਨਾ ਸਿਰਫ ਉਹ ਬਿਮਾਰ ਹੁੰਦੀਆਂ ਨੇ ਬਟ ਉਹਨਾਂ ਦੀ ਫੈਮਲੀਜ਼ ਵੀ ਸਫਰ ਕਰਦੀਆਂ ਨੇ what each of us does in the world, how we live does make a difference. ਅਸੀਂ ਕੀ ਕਰਦੇ ਹਾਂ ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ ਇਸ ਚੀਜ਼ ਨਾਲ ਫਰਕ ਪੈਂਦਾ ਹੈ we should learn the value of clean safe water. ਸਾਨੂੰ ਸਾਫ਼ ਪਾਣੀ ਦੀ ਵੈਲਿਊ ਨੂੰ ਸਮਝਣ ਦੀ ਜ਼ਰੂਰਤ ਹੈ we should take steps to protect it. ਸਾਨੂੰ ਇਸ ਨੂੰ ਬਚਾਉਣ ਦੇ ਲਈ ਸਟੈਪਸ ਲੈਣੇ ਚਾਹੀਦੇ ਨੇ ਕਦਮ ਉਠਾਉਣੇ ਚਾਹੀਦੇ ਨੇ and to get it to the people who lack access to it today. ਅਤੇ ਸਾਨੂੰ ਲੋਕਾਂ ਨੂੰ ਜਿਹੜੇ ਨਹੀਂ ਹੈ ਜਿਨ੍ਹਾਂ ਕੋਲ ਐਕਸੈਸ ਪਾਣੀ ਦੀ ਉਹਨਾਂ ਤੱਕ ਸਾਨੂੰ ਪਾਣੀ ਲੈ ਕੇ ਜਾਣਾ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਤਲਬ ਵੀ ਸ਼ੁੱਡ ਕੰਜ਼ਰਵ ਵਾਟਰ ਵੀ ਸ਼ੁੱਡ ਪ੍ਰੀਜ਼ਰਵ ਵਾਟਰ ਵੀ ਸ਼ੁੱਡ ਸੇਵ ਵਾਟਰ ਸਾਨੂੰ ਹਰ ਹਾਲ ਦੇ ਵਿੱਚ ਪਾਣੀ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਅਸੀਂ ਜਿੰਨਾ ਸਾਨੂੰ ਚਾਹੀਦਾ ਹੈ ਉਨਾ ਹੀ ਪਾਣੀ ਅਸੀਂ ਲਈਏ ਠੀਕ ਹੈ ਉਨਾ ਹੀ ਅਸੀਂ ਯੂਜ਼ ਕਰੀਏ ਇਹ ਨਹੀਂ ਹੈ ਕਿ ਤੁਸੀਂ ਯੂਜ਼ ਨਹੀਂ ਕਰਨਾ ਯੂ ਹੈਵ ਟੂ ਯੂਜ਼ ਇਟ ਬਟ you have to use it judiciously carefully ਤੁਸੀਂ ਇਸ ਤਰ੍ਹਾਂ ਪਾਣੀ ਨੂੰ ਯੂਜ਼ ਕਰੋ ਕਿ ਸਿਰਫ ਆਪਣੇ ਲਈ ਨਹੀਂ ਦੂਜਿਆਂ ਲਈ ਵੀ ਸੋਚਣਾ ਹੈ ਸੋ this is the end of the chapter and I hope the chapter is clear. If you have any question you can comment in the comment section, you can ask me personally. ਤਾਂ ਤੁਸੀਂ ਇਹ ਵੀਡੀਓ ਨੂੰ ਬੇਟਾ ਜ਼ਰੂਰ ਦੇਖਣਾ ਹੈ ਲਾਈਕ ਕਰਨਾ ਹੈ ਇਹਨੂੰ ਸ਼ੇਅਰ ਵੀ ਕਰਨਾ ਹੈ ਠੀਕ ਹੈ ਤਾਂ ਜੋ ਹੋਰ ਵੀ ਬੱਚੇ ਸਿਰਫ ਤੁਹਾਡੇ ਸਕੂਲ ਆਪਣੇ ਸਕੂਲ ਦੇ ਹੀ ਨਹੀਂ ਅਗਰ ਕੋਈ ਹੋਰ ਵੀ ਬੱਚਾ ਜਿਹਨੂੰ ਵੀ ਇਹ ਲੈਸਨ ਜਿਹਦੇ ਟੌਪਿਕ ਜਿਹਨੇ ਕਰਨਾ ਹੋਵੇ ਹੈ ਨਾ ਤਾਂ ਕੋਈ ਵੀ ਬੱਚੇ ਇਸ ਨੂੰ ਕਰ ਸਕਦਾ ਹੈ ਉਹਦਾ ਫਾਇਦਾ ਹੋਏਗਾ ਕਿਸੇ ਦਾ ਫਾਇਦਾ ਕਰਨਾ ਅੱਛਾ ਹੀ ਹੈ ਹਮੇਸ਼ਾ ਇਟਸ ਗੁੱਡ ਸੋ we will meet in the next video till then stay tuned.